ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਗੁਰਦੁਆਰਾ ਚੋਣ ਕਮਿਸ਼ਨਰ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਜ਼ਿਲ੍ਹਾ ਪੱਧਰ ਤੇ ਸਿੱਖਾਂ ਦੀਆਂ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਖਾਸ ਖਬਰ ਦੇ ਨਾਲ ਮੈਂ ਹਰਸ਼ਰਨ ਕੌਰ। ਤਕਰੀਬਨ ਦਹਾਕੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਹੋ ਸਕਦੀਆਂ ਨੇ। ਚੋਣ ਕਮਿਸ਼ਨ ਨੇ ਇਸ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਚੀਫ ਕਮਿਸ਼ਨਰ ਗੁਰਦੁਆਰਾ ਚੋਣ ਕਮਿਸ਼ਨ ਦੇ ਰਿਟਾਇਰਡ ਜਸਟਿਸ SS ਸਾਰੋ ਨੇ ਪੰਜਾਬ ਦੇ ਮੁੱਖ ਸਕੱਤਰ, ਵਧੀਕ ਸਕੱਤਰ, ਗ੍ਰਹਿ ਵਿਭਾਗ, ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਸਮੇਤ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਨੇ ਕਿ ਛੇਤੀ ਤੋਂ ਛੇਤੀ SGPC ਦੀਆਂ ਚੋਣਾਂ ਦੇ ਲਈ ਵੋਟਰਾਂ ਦੀ ਲਿਸਟ ਤਿਆਰ ਕੀਤੀ ਜਾਵੇ। ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 48 ਸੈਕਸ਼ਨ 49 ਅਧੀਨ ਵੋਟਰਾਂ ਦੀ ਲਿਸਟ ਤਿਆਰ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਧਾਰਾ 48 ਦੇ ਮੁਤਾਬਿਕ ਵੋਟਰਾਂ ਦੀ ਲਿਸਟ ਹਲਕੇ ਦੇ ਹਿਸਾਬ ਨਾਲ ਤਿਆਰ ਕੀਤੀ ਜਾਵੇਗੀ। ਹਲਕੇ ਦੇ ਵੋਟਰ ਵਜੋਂ ਰਜਿਸਟਰ ਹੋਣ ਦੇ ਹੱਕਦਾਰ ਸਾਰੇ ਸਿੱਖ ਵੋਟਰਾਂ ਦੇ ਨਾਮ ਦਰਜ ਕੀਤੇ ਜਾਣਗੇ। ਵੋਟਰਾਂ ਦੀਆਂ ਯੋਗਤਾਵਾਂ ਸੈਕਸ਼ਨ 49 ਦੇ ਵਿੱਚ ਦੱਸੀਆਂ ਗਈਆਂ ਨੇ। ਸੈਕਸ਼ਨ 49 ਦੇ ਮੁਤਾਬਿਕ ਹਰੇਕ ਵਿਅਕਤੀ ਨੂੰ ਚੋਣਾਂ ਦੇ ਲਈ ਗਠਿਤ ਕੀਤੇ ਗਏ ਹਲਕੇ ਦੀ ਵੋਟਰ ਸੂਚੀ ਜਾਂ ਬੋਰਡ ਦੇ ਮੈਂਬਰ ਜੋ ਉਸ ਹਲਕੇ ਦਾ ਨਿਵਾਸੀ ਹੋਣਾ ਜ਼ਰੂਰੀ ਹੈ ਉਸ ਨੂੰ ਸ਼ਾਮਿਲ ਕੀਤਾ ਜਾਵੇ। ਵੋਟ ਰਜਿਸਟਰ ਕਰਵਾਉਣ ਦੇ ਲਈ ਤਹਿਸੀਲਦਾਰ ਜਾਂ ਫਿਰ DC ਦੇ ਨਾਲ ਸੰਪਰਕ ਕੀਤਾ ਜਾ ਸਕੇਗਾ। ਵੋਟ ਬਣਾਉਣ ਵਾਲੇ ਸਿੱਖ ਦੀ ਉਮਰ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਰਾਂ ਦੇ ਰਜਿਸਟ੍ਰੇਸ਼ਨ ਦੇ ਲਈ 3 ਅਹਿਮ ਸ਼ਰਤਾਂ ਵੀ ਰੱਖੀਆਂ ਨੇ ਜੋ ਕਿ ਹਮੇਸ਼ਾ ਹੁੰਦੀਆਂ ਨੇ। ਵੋਟਰ ਆਪਣੇ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ, ਦਾੜੀ ਜਾਂ ਕੇਸਾਂ ਨੂੰ ਕੱਟਦਾ ਨਾ ਹੋਵੇ, ਸ਼ੇਵ ਨਾ ਕਰਦਾ ਹੋਵੇ, ਸਾਬਤ ਸੂਰਤ ਹੋਵੇ। ਦੂਸਰਾ ਹੈ ਸਿਗਰਟ ਨਾ ਪੀਂਦਾ ਹੋਵੇ। ਤੀਸਰਾ ਸ਼ਰਾਬ ਨਾ ਪੀਂਦਾ ਹੋਵੇ, ਜਾਨੀ ਕਿ ਪੂਰਨ ਸਿੱਖ ਹੋਵੇ। ਉਮੀਦਵਾਰ ਨੇ ਜਿਹੜੇ ਉਹਨਾਂ ਦੇ ਲਈ ਕੀ ਯੋਗਤਾ ਹੈ? ਵੋਟਰ ਤਾਂ ਉਹ ਹੁੰਦੇ ਨੇ ਜਿਹੜੇ ਵੋਟਾਂ ਪਾਉਂਦੇ ਨੇ ਤੇ ਉਮੀਦਵਾਰ ਜਿਹੜੇ ਕਿ ਚੋਣ ਲੜਦੇ ਨੇ। ਹਰੇਕ ਚੋਣ ਲੜਨ ਵਾਲੇ ਉਮੀਦਵਾਰ ਨੂੰ ਕਮਿਸ਼ਨ ਵੱਲੋਂ ਤੈਅ ਕੀਤੇ ਨਿਯਮਾਂ ਮੁਤਾਬਕ ਫਾਰਮ ਭਰਨਾ ਹੋਵੇਗਾ। ਫਾਰਮ ਦੇ ਵਿੱਚ ਦਰਜ ਲੋੜੀਂਦੇ ਸਾਰੇ ਵੇਰਵੇ ਹੋਣੇ ਚਾਹੀਦੇ ਨੇ। ਉਮੀਦਵਾਰ ਦੇ ਖਿਲਾਫ ਜੇ ਕੋਈ ਵੀ ਪੁਰਾਣਾ ਅਪਰਾਧਿਕ ਮਾਮਲਾ ਹੈ ਤਾਂ ਇਸ ਬਾਰੇ ਜਾਣਕਾਰੀ ਸਪਸ਼ਟ ਕਰਨੀ ਹੋਵੇਗੀ। ਉਮੀਦਵਾਰ ਜੇਕਰ ਕਿਸੇ ਖਾਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਿਹਾ ਹੈ ਤਾਂ ਉਸ ਖਿਲਾਫ ਚੱਲ ਰਹੇ ਅਪਰਾਧਿਕ ਮਾਮਲਿਆਂ ਬਾਰੇ ਪਾਰਟੀ ਨੂੰ ਸੂਚਿਤ ਕਰਨਾ ਹੋਵੇਗਾ। ਸੰਬੰਧਿਤ ਸਿਆਸੀ ਪਾਰਟੀ ਆਪਣੇ ਉਮੀਦਵਾਰ ਦੇ ਅਪਰਾਧਿਕ ਰਿਕਾਰਡ ਬਾਰੇ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਉਣ ਦੇ ਲਈ ਪਾਬੰਦ ਹੋਵੇਗੀ। ਉਮੀਦਵਾਰ ਦੇ ਨਾਲ ਸੰਬੰਧਿਤ ਸਿਆਸੀ ਪਾਰਟੀ ਉਸਦੇ ਪਿਛੋਕੜ ਬਾਰੇ ਇਲਾਕੇ ਦੇ ਵਿੱਚ ਵਿਆਪਕ ਤੌਰ ਤੇ ਪ੍ਰਸਾਰਿਤ ਅਖਬਾਰਾਂ ਦੇ ਵਿੱਚ ਇੱਕ ਐਲਾਨ ਪੱਤਰ ਜਾਰੀ ਕਰੇਗੀ। ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵਿਆਪਕ ਪ੍ਰਚਾਰ ਵੀ ਕਰੇਗੀ। ਇਸ ਦਾ ਮਤਲਬ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਘੱਟੋ ਘੱਟ 3 ਵਾਰੀ ਅਜਿਹਾ ਕੀਤਾ ਜਾਵੇਗਾ। ਯਾਨੀ ਕਿ ਇਹ ਜਿਹੜਾ ਉਮੀਦਵਾਰ ਹੈ ਜਿਹੜਾ ਕਮੇਟੀ ਦੀਆਂ ਚੋਣਾਂ ਲੜੇਗਾ, ਪੰਥ ਦੀਆਂ ਚੋਣਾਂ ਲੜੇਗਾ, ਉਹ ਬਿਲਕੁਲ ਹੀ ਬੇਦਾਗ ਹੋਣਾ ਚਾਹੀਦਾ, ਕੋਈ ਅਪਰਾਧਿਕ ਪਰਚਾ ਨਹੀਂ ਹੋਣਾ ਚਾਹੀਦਾ ਤੇ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ, ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਇਹ ਕੰਡੀਸ਼ਨ ਸਭ ਤੋਂ ਪਹਿਲੀ ਹੈ SGPC ਦੀਆਂ ਚੋਣਾਂ ਲੜਨ ਦੇ ਲਈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਰੀ ਵਾਰੀ SGPC ਦੀਆਂ ਚੋਣਾਂ ਕਦੋਂ ਹੋਈਆਂ ਸੀ। ਦਹਾਕੇ ਬਾਅਦ। ਆਪਾਂ ਪਹਿਲਾ ਹੀ ਸ਼ਬਦ ਇਹ ਵਰਤਿਆ ਸੀ ਕਿ ਦਹਾਕੇ ਬਾਅਦ ਚੋਣਾਂ ਹੋਣ ਦੀ ਸੰਭਾਵਨਾ ਬਣ ਗਈ ਹੈ। ਦਹਾਕਾ ਤਾਂ 10 ਸਾਲਾਂ ਦਾ ਹੁੰਦਾ ਹੈ ਪਰ ਇੱਥੇ 12 ਤੋਂ ਵੀ ਵੱਧ ਸਾਲ ਹੋਣ ਵਾਲੇ ਨੇ। SGPC ਦੀ ਚੋਣ ਅਖੀਰਲੀ ਵਾਰੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੇ 2011 ਦੇ ਵਿੱਚ ਹੋਈ ਸੀ ਤੇ ਹੁਣ 2023 ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਉਸ ਵਕਤ ਹੁੰਜਾ ਫੇਰ ਜਿੱਤ ਹਾਸਲ ਕੀਤੀ ਸੀ ਪਰ ਸਹਿਜਧਾਰੀ ਜਥੇਬੰਦੀ ਨੇ ਵੋਟਿੰਗ ਦੇ ਅਧਿਕਾਰ ਤੋਂ ਵਾਂਝਾ ਰੱਖਣ ਦੀ ਵਜ੍ਹਾ ਕਰਕੇ ਇਸ ਚੋਣ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਸੀ। ਗੁਰਦੁਆਰਾ ਐਕਟ 1925 ਉਹ ਐਕਟ ਹੈ ਜਿਸ ਦੇ ਤਹਿਤ SGPC ਦੀ ਚੋਣ ਹੁੰਦੀ ਹੈ ਤੇ ਐਕਟ ਦੇ ਵਿੱਚ ਅਧਿਕਾਰ ਹੈ ਜਿਹੜਾ ਉਹ ਕੇਂਦਰ ਦੀ ਸਰਕਾਰ ਨੂੰ ਦਿੱਤਾ ਹੋਇਆ। ਇਸ ਐਕਟ ਦੇ ਅਧੀਨ ਸਹਿਜਧਾਰੀਆਂ ਦੇ VOTING ਅਧਿਕਾਰ ਹੋਣ ਦੀ ਵਜ੍ਹਾ ਕਰਕੇ ਅਦਾਲਤ ਨੇ ਸਹਿਜਧਾਰੀ ਜਥੇਬੰਦੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਤੇ 2011 ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ। ਤੇ ਫਿਰ SGPC ਨੇ ਵੀ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ। ਅਦਾਲਤ ਨੇ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਾ ਦਿੱਤੀ ਤੇ 2007 ਤੋਂ ਚੱਲ ਰਹੀ ਕਮੇਟੀ ਨੂੰ ਫੈਸਲੇ ਤੱਕ ਕੰਮ ਕਰਨ ਦੇ ਨਿਰਦੇਸ਼ ਦੇ ਦਿੱਤੇ। 16 ਦੇ ਵਿੱਚ ਮੋਦੀ ਸਰਕਾਰ ਨੇ ਅਕਾਲੀ ਦਲ ਦੀ ਸਿਫਾਰਿਸ਼ ਤੇ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਕੇ ਸਹਿਜਧਾਰੀਆਂ ਦੇ VOTING ਅਧਿਕਾਰ ਖਤਮ ਕਰ ਦਿੱਤੇ। ਇਸ ਤੋਂ ਕੁਝ ਦਿਨ ਹੀ ਬਾਅਦ ਜਦੋਂ ਸੁਣਵਾਈ ਹੋਈ ਤਾਂ SGPC ਨੇ ਕੇਂਦਰ ਦੇ ਫੈਸਲੇ ਬਾਰੇ ਕੋਰਟ ਨੂੰ ਜਾਣਕਾਰੀ ਦਿੱਤੀ ਤੇ ਫਿਰ ਅਦਾਲਤ ਨੇ SGPC ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ 2011 ਦੀ ਚੁਣੀ ਹੋਈ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ 2011 ਦੇ ਹੀ ਚੁਣੇ ਹੋਏ ਮੈਂਬਰ SGPC ਦਾ ਪ੍ਰਬੰਧ ਸਾਂਭ ਰਹੇ ਨੇ। ਸਹਿਜਧਾਰੀ ਇੱਕ ਉਹ ਸ਼ਬਦ ਹੈ ਜਿਸ ਨੂੰ ਜਿਹੜੇ ਸਿੱਖ ਨੇ ਉਹ ਮੰਨਦੇ ਹੀ ਨਹੀਂ
क्योंकि सिख ਦਾ ਮਤਲਬ ਹੀ ਸਾਬਤ ਸੂਰਤ ਹੁੰਦਾ। ਰਹਿਤ ਮਰਿਆਦਾ ਦੇ ਵਿੱਚ ਦੇਖਿਆ ਜਾਵੇ, ਰਹਿਤਨਾਮਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਸਿੱਖ ਦਾ ਅਰਥ ਹੈ ਜਿਹੜਾ ਉਹ ਸਿੱਖ ਭਾਈਚਾਰੇ ਦੇ ਵੱਲੋਂ ਸਾਬਤ ਸੂਰਤ ਸਿੱਖ ਹੀ ਮੰਨਿਆ ਜਾਂਦਾ ਹੈ, ਕਿਉਂਕਿ ਇੱਕ ਸਿੱਖ ਦਾ ਜਦੋਂ ਚਿਹਰਾ ਹਰ ਕਿਸੇ ਦੇ ਮਨ ਦੇ ਵਿੱਚ ਆਉਂਦਾ, ਉਹਦਾ ਪ੍ਰਤੀਬਿੰਬ ਬਣਦਾ ਤਾਂ ਇੱਕ ਸਾਬਤ ਸੂਰਤ ਦਾ ਹੀ ਬਣਦਾ ਹੈ। ਪਰ ਸਹਿਜਧਾਰੀ ਜਥੇਬੰਦੀ ਉਹ ਹੈ ਜਿਹੜੀ ਕਿ ਕਹਿੰਦੀ ਹੈ ਕਿ ਜਿਹੜੇ ਦਾੜੀ ਕੇਸ ਨਹੀਂ ਵੀ ਰੱਖਦੇ, ਕਟਵਾਉਂਦੇ ਨੇ, ਕਤਲ ਕਰਵਾਉਂਦੇ ਨੇ, ਪੂਰੇ ਸਿੱਖੀ ਸਰੂਪ ਦੇ ਵਿੱਚ ਨਹੀਂ ਹੁੰਦੇ, ਉਹਨਾਂ ਨੂੰ ਸਹਿਜਧਾਰੀ ਸਿੱਖ ਮੰਨਿਆ ਜਾਣਾ ਚਾਹੀਦਾ ਹੈ। ਸੋ ਇਸ ਮਸਲੇ ਦੇ ਉੱਤੇ ਜਿਹੜੀ ਚਰਚਾ ਹੈ ਉਹ ਤਾਂ ਬਹੁਤ ਲੰਬੀ ਹੈ, ਪਰ ਇਹ ਜਿਹੜਾ ਪੱਖ ਹੈ ਉਹ ਪੰਥ ਦੇ ਵਿੱਚ ਚੱਲ ਰਿਹਾ ਹੈ। ਸੋ ਇਸ ਮਸਲੇ ਕਰਕੇ ਹੀ ਐਸਜੀਪੀਸੀ ਚੋਣਾਂ ਅੱਜ ਤੱਕ ਲਟਕੀਆਂ ਹੋਈਆਂ ਨੇ। ਜਦੋਂ ਸੁਪਰੀਮ ਕੋਰਟ ਦਾ 2016 ਦੇ ਵਿੱਚ ਫੈਸਲਾ ਆਇਆ ਸੀ ਤਾਂ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਹੁਣ ਛੇਤੀ ਤੋਂ ਛੇਤੀ ਐਸਜੀਪੀਸੀ ਚੋਣ ਹੋਣੀ ਚਾਹੀਦੀ ਹੈ, ਪਰ ਅਕਾਲੀ ਦਲ ਨੇ ਤਰਕ ਦਿੱਤਾ ਕਿ 2011 ਦੀ ਕਮੇਟੀ ਨੂੰ ਸੁਪਰੀਮ ਕੋਰਟ ਨੇ 16 ਵਿੱਚ ਮਨਜ਼ੂਰੀ ਦਿੱਤੀ ਹੈ ਤੇ ਇਸ ਦਾ 5 ਸਾਲ ਦਾ ਕਾਰਜਕਾਲ 16 ਤੋਂ ਸ਼ੁਰੂ ਹੋਣਾ ਚਾਹੀਦਾ ਹੈ। 2021 ਦੇ ਵਿੱਚ 11 ਵਾਲੀ ਕਮੇਟੀ ਦਾ ਜੇ 5 ਸਾਲ ਦਾ ਕਾਰਜਕਾਲ 16 ਤੋਂ ਮੰਨ ਲਈਏ ਤਾਂ ਉਹ ਵੀ ਖਤਮ ਹੋ ਚੁੱਕਿਆ ਹੈ। ਇਸ ਦੇ ਬਾਵਜੂਦ ਵੀ ਐਸਜੀਪੀਸੀ ਚੋਣਾਂ ਅੱਜ ਤੱਕ ਨਹੀਂ ਹੋਈਆਂ। ਹੁਣ ਜਿਸ ਤਰ੍ਹਾਂ ਦੇ ਨਾਲ ਗੁਰਦੁਆਰਾ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਪੰਜਾਬ ਸਰਕਾਰ ਨੂੰ ਵੋਟਰ ਲਿਸਟਾਂ ਬਣਾਉਣ ਦੇ ਨਿਰਦੇਸ਼ ਦਿੱਤੇ ਨੇ, ਛੇਤੀ ਹੀ ਕੇਂਦਰ ਸਰਕਾਰ ਐਸਜੀਪੀਸੀ ਚੋਣਾਂ ਦਾ ਐਲਾਨ ਕਰ ਸਕਦੀ ਹੈ। ਹਾਲਾਂਕਿ ਮਾਹਿਰ ਮੰਨ ਰਹੇ ਸੀ ਕਿ 2024 ਦੀ ਚੋਣ ਤੋਂ ਪਹਿਲਾਂ ਕੇਂਦਰ ਸਰਕਾਰ ਇਹ ਚੋਣ ਨਹੀਂ ਕਰਵਾਵੇਗੀ। ਸਿਆਸੀ ਤੌਰ ਤੇ ਜਦੋਂ ਤੁਸੀਂ ਦਿਮਾਗ ਲੜਾਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ 2024 ਤੋਂ ਪਹਿਲਾਂ ਕਿਉਂ ਕੇਂਦਰ ਸਰਕਾਰ ਚੋਣਾਂ ਨਹੀਂ ਕਰਵਾਉਣਾ ਚਾਹੇਗੀ। ਪਰ ਜੇ ਹੁਣ ਚੋਣਾਂ ਹੁੰਦੀਆਂ ਨੇ ਤਾਂ ਸਿਆਸੀ ਮਾਇਨੇ ਜ਼ਰੂਰ ਬਦਲ ਸਕਦੇ ਨੇ। ਮੌਜੂਦਾ ਸਿਆਸੀ ਹਾਲਾਤਾਂ ਨੂੰ ਵੇਖਦੇ ਹੋਏ ਅਕਾਲੀ ਦਲ ਦੇ ਲਈ ਇਸ ਵਾਰ ਦੀ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤਣੀ ਸੌਖੀ ਨਹੀਂ ਹੋਵੇਗੀ, ਜਦਕਿ ਹੁਣ ਤੱਕ ਦਾ ਇਤਿਹਾਸ ਰਿਹਾ ਹੈ ਕਿ ਹਰ ਵਾਰੀ ਐਸਜੀਪੀਸੀ ਦਾ ਹੀ ਹਾਊਸ ਹੈ ਜਿਹੜਾ ਉਹ ਜਿੱਤ ਕੇ ਕਮੇਟੀ ਦੇ ਵਿੱਚ ਜਾਂਦਾ ਰਿਹਾ, ਯਾਨੀ ਕਿ ਬਹੁ ਗਿਣਤੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਜਿੱਤਦੇ ਰਹੇ ਨੇ। ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹੀ ਕਮੇਟੀ ਤੇ ਕਬਜ਼ਾ ਰਿਹਾ ਹੈ। ਇਸੇ ਕਰਕੇ ਕਿਉਂਕਿ ਐਸਜੀਪੀਸੀ ਦੇ ਜਿਹੜੇ ਮੈਂਬਰ ਅਕਾਲੀ ਦਲ ਖੜੇ ਕਰਦੀ ਸੀ ਉਹ ਜ਼ਿਆਦਾ ਗਿਣਤੀ ਵਿੱਚ ਜਿੱਤ ਕੇ ਹਾਊਸ ਬਣਾਉਂਦੇ ਸੀ। ਇਸ ਵਕਤ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇਕੱਲੀ ਅਕਾਲੀ ਦਲ ਨਹੀਂ, ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਕਿ ਇਹਨਾਂ ਚੋਣਾਂ ਦੇ ਲਈ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਨੇ। ਸਿਮਰਨਜੀਤ ਸਿੰਘ ਮਾਨ ਵੀ ਇਹ ਚੋਣਾਂ ਲੜਦੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਪੰਥਕ ਅਕਾਲੀ ਲਹਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਨੇ ਪੰਥਕ ਅਕਾਲੀ ਲਹਿਰ ਬਣਾਈ। ਉਸ ਦੇ ਤਹਿਤ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪ੍ਰਚਾਰ ਕਰ ਰਹੇ ਨੇ। ਐਸਜੀਪੀਸੀ ਦਾ ਪ੍ਰਬੰਧ ਚੰਗੇ ਹੱਥਾਂ ਦੇ ਵਿੱਚ ਦੇਣ ਦੇ ਲਈ ਅਪੀਲ ਕਰਦੇ ਰਹਿੰਦੇ ਨੇ। ਇਸੇ ਤਰ੍ਹਾਂ ਹਜ਼ੂਰੀ ਰਾਗੀ ਜਿਹੜੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਟਾ ਦਿੱਤੇ ਗਏ ਸੀ ਭਾਈ ਬਲਦੇਵ ਸਿੰਘ ਵਡਾਲਾ, ਉਹ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਸਰਗਰਮ ਹੋਣ ਦੇ ਲਈ ਹੱਥ ਪੈਰ ਮਾਰਦੇ ਰਹਿੰਦੇ ਨੇ। ਸੋ ਦੇਖਣਾ ਹੋਊਗਾ ਕਿ ਐਤਕੀ ਕਿਹੜੀ ਜੇ ਚੋਣਾਂ ਹੁੰਦੀਆਂ ਨੇ ਤਾਂ ਕੌਣ ਇਸ ਐਸਜੀਪੀਸੀ ਦੇ ਜਨਰਲ ਹਾਊਸ ਤੇ ਕਾਬਜ਼ ਹੁੰਦਾ ਹੈ। ਧੰਨਵਾਦ।